ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੇ ਇਹ ਅਨਾਉਂਸ ਕੀਤਾ ਹੈਗਾ ਕਿ ਅਸੀਂ ਪਾਰਟੀਸ਼ਨ ਹੌਰਰ ਡੇ ਵੀ ਮਨਾਇਆ ਕਰਾਂਗੇ 14 ਅਗਸਤ ਨੂੰ। ਤੇ ਮੈਨੂੰ ਲੱਗਦਾ ਜਿੱਥੇ ਅਸੀਂ ਖੁਸ਼ੀ ਮਨਾਉਂਦੇ ਹਾਂ ਇੰਡੀਪੈਂਡੈਂਟ ਹੋਣ ਦੀ, ਸਾਨੂੰ ਜਿਹੜੇ ਆਜ਼ਾਦੀ ਮਿਲੀ ਹੈ ਉਸ ਦੀ 15 ਅਗਸਤ ਨੂੰ। 14 ਨੂੰ ਉਹਨਾਂ ਲੋਕਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਡੇ ਲਈ ਜਾਨਾਂ ਦਿੱਤੀਆਂ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਅੱਜ ਦੀ ਜਨਰੇਸ਼ਨ ਨੂੰ ਉਹ ਫੀਲਿੰਗ ਹੀ ਨਹੀਂ ਆਉਂਦੀ ਹੈਗੀ ਹੈ ਕਿ ਕੀ ਹੋਇਆ ਸਾਡੇ ਨਾਲ ਬਿਫੋਰ ਵੀ ਗॉट ਇੰਡੀਪੈਂਡੈਂਸ, ਕੀ ਸੈਕਰੀਫਾਈਸਿਸ ਹੋਏ, ਕੀ ਸਾਰਿਆਂ ਨੇ ਆਪਣੇ ਘਰ ਛੱਡੇ, ਆਪਣੇ ਪਿਆਰੇ ਲੋਕ ਛੱਡੇ। ਤੇ ਮੈਂ ਸਿਰਫ ਇੰਨੀ ਗੁਜ਼ਾਰਿਸ਼ ਕਰਾਂਗੀ ਆਪਣੀ ਅੱਜ ਦੀ ਜਨਰੇਸ਼ਨ ਨੂੰ, ਸਾਰਿਆਂ ਨੂੰ, ਕਿ ਅਸੀਂ ਬਹੁਤ ਮਾਣ ਰੱਖੀਏ ਕਿ ਅਸੀਂ ਅੱਜ 75th ਈਅਰ ਕੱਲ੍ਹ ਮਨਾਉਣ ਲੱਗੇ ਹਾਂ ਆਪਣੇ ਇੰਡੀਪੈਂਡੈਂਸ ਡੇ ਦਾ। ਜਿੱਥੇ ਪੂਰਾ ਦੇਸ਼ ਆਪਣੀ ਆਜ਼ਾਦੀ ਦਾ 75ਵਾਂ ਦਿਵਸ ਮਨਾ ਰਿਹਾ ਹੈ, ਉੱਥੇ ਹੀ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਦੀ ਅਗਵਾਈ ਹੇਠ ਵਿਸ਼ਵ ਪੰਜਾਬੀ ਸੰਸਥਾ ਨੇ ਇੰਡੀਆ ਗੇਟ ਨਵੀਂ ਦਿੱਲੀ ਵਿਖੇ ਬੀਤੀ ਦੇਰ ਰਾਤ ਨੂੰ 75ਵਾਂ ਬਟਵਾਰੇ ਦਾ ਭਿਆਨਕ ਯਾਦ ਦਿਵਸ ਮਨਾਇਆ। ਇਸ ਮੌਕੇ ਸੰਸਦ ਮੈਂਬਰ ਹੰਸਰਾਜ ਹੰਸ, ਦਿਵਿਆ ਦੱਤਾ ਸਮੇਤ ਉੱਘੇ ਪੰਜਾਬੀਆਂ ਵੱਲੋਂ ਇੱਕ ਮੋਮਬੱਤੀ ਮਾਰਚ ਕੱਢਿਆ ਗਿਆ। ਮੈਂ ਖਾਸ ਬੰਬੇ ਤੋਂ ਹੁਣ ਇੱਥੇ ਆਈ ਹੈਗੀ ਆ, ਦਿੱਲੀ ਆਈ ਹਾਂ, ਇੰਡੀਆ ਗੇਟ ਤੇ ਆ। ਇਹ ਮੌਕਾ ਬਹੁਤ ਹੀ ਖਾਸ ਹੈਗਾ। ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੇ ਇਹ ਅਨਾਉਂਸ ਕੀਤਾ ਹੈਗਾ ਕਿ ਅਸੀਂ ਪਾਰਟੀਸ਼ਨ ਹੌਰਰ ਡੇ ਵੀ ਮਨਾਇਆ ਕਰਾਂਗੇ 14 ਅਗਸਤ ਨੂੰ। ਤੇ ਮੈਨੂੰ ਲੱਗਦਾ ਜਿੱਥੇ ਅਸੀਂ ਖੁਸ਼ੀ ਮਨਾਉਂਦੇ ਹਾਂ ਇੰਡੀਪੈਂਡੈਂਟ ਹੋਣ ਦੀ, ਸਾਨੂੰ ਜਿਹੜੇ ਆਜ਼ਾਦੀ ਮਿਲੀ ਹੈ ਉਸ ਦੀ 15 ਅਗਸਤ ਨੂੰ। 14 ਨੂੰ ਉਹਨਾਂ ਲੋਕਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਡੇ ਲਈ ਜਾਨਾਂ ਦਿੱਤੀਆਂ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਅੱਜ ਦੀ ਜਨਰੇਸ਼ਨ ਨੂੰ ਉਹ ਫੀਲਿੰਗ ਹੀ ਨਹੀਂ ਆਉਂਦੀ ਹੈਗੀ ਹੈ ਕਿ ਕੀ ਹੋਇਆ ਸਾਡੇ ਨਾਲ ਬਿਫੋਰ ਵੀ ਗॉट ਇੰਡੀਪੈਂਡੈਂਸ, ਕੀ ਸੈਕਰੀਫਾਈਸਿਸ ਹੋਏ, ਕੀ ਸਾਰਿਆਂ ਨੇ ਆਪਣੇ ਘਰ ਛੱਡੇ, ਆਪਣੇ ਪਿਆਰੇ ਲੋਕ ਛੱਡੇ। ਬਹੁਤ ਕੁਝ ਹੋਇਆ ਲੋਕਾਂ ਨਾਲ। ਮੈਂ ਸ਼ਾਇਦ ਪਰਸਨਲੀ ਐਕਸਪੀਰੀਅੰਸ ਕੀਤਾ ਕਿਉਂਕਿ ਮੈਂ ਆਪਣੀ ਮਾਂ ਨੂੰ ਲੈ ਕੇ ਵਾਪਸ ਉਸ ਪਾਰ ਗਈ ਸੀਗੀ ਕਿਉਂਕਿ ਉਹਨਾਂ ਨੇ ਆਪਣਾ ਘਰ ਦੇਖਣਾ ਸੀ। ਤੇ ਉਹ ਮੇਰੇ ਲਈ ਕਹਾਣੀ ਰਹਿ ਨਹੀਂ ਗਈ। ਹੁਣ ਮੈਨੂੰ ਲੱਗਦਾ ਹੈ ਕਿ ਵਾਕਈ ਇਹ ਬਹੁਤ ਜਿਨ੍ਹਾਂ ਨੂੰ ਚੁੱਭਿਆ ਉਹਨਾਂ ਨੂੰ ਬਹੁਤ ਕੁਝ ਸਹਿਣਾ ਪਿਆ। ਤੇ ਮੈਂ ਸਿਰਫ ਇੰਨੀ ਗੁਜ਼ਾਰਿਸ਼ ਕਰਾਂਗੀ ਆਪਣੀ ਅੱਜ ਦੀ ਜਨਰੇਸ਼ਨ ਨੂੰ, ਸਾਰਿਆਂ ਨੂੰ, ਕਿ ਅਸੀਂ ਬਹੁਤ ਮਾਣ ਰੱਖੀਏ ਕਿ ਅਸੀਂ ਅੱਜ 75th ਈਅਰ ਕੱਲ੍ਹ ਮਨਾਉਣ ਲੱਗੇ ਹਾਂ ਆਪਣੇ ਇੰਡੀਪੈਂਡੈਂਸ ਡੇ ਦਾ। ਤੇ ਅੱਜ ਜਿਹੜਾ ਅਸੀਂ ਦਿਨ ਮਨਾ ਰਹੇ ਹੈਗੇ ਹਾਂ ਰਿਮੈਂਬਰੈਂਸ ਡੇ ਆਫ ਦ ਹੌਰਰਸ ਆਫ ਪਾਰਟੀਸ਼ਨ, ਉਹਨੂੰ ਅਸੀਂ ਭੁੱਲੀਏ ਨਾ, ਉਹਨਾਂ ਲੋਕਾਂ ਨੂੰ ਨਾ ਭੁੱਲੀਏ ਜਿਨ੍ਹਾਂ ਨੇ ਸਾਡੇ ਲਈ ਆਪਣੀ ਜਾਨ ਦਿੱਤੀ, ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਉਣ ਵਾਸਤੇ ਆਪਣੇ ਸੈਕਰੀਫਾਈਸ ਕੀਤੇ ਨੇ। ਅਸੀਂ ਉਹਨੂੰ ਸੰਭਾਲੀਏ, ਅਸੀਂ ਉਹਨੂੰ ਚੈਰਿਸ਼ ਕਰੀਏ ਤੇ ਰਿਸਪੌਂਸਿਬਲ ਇੰਡੀਅਨਸ ਬਣੀਏ। ਦਿਸ ਇਜ਼ ਆਲ ਆਈ ਵੁੱਡ ਲਾਈਕ ਟੂ ਸੇ। अगस्त बड़ा तवारीखी दिन है। साढ़े प्यारे प्रधानमंत्री जी ने इस साल आज़ादी अमृत महोत्सव के तौर पर मनाने लई ते घर घर तिरंगा लहराउण लई प्रेरिया। असी सारे उस प्रचार विच हैं। नाल दी नाल वो जिहड़ी दर्द की दास्तान सारे जिहदा जिक्र कर रहे हैं, वो एडी वड्डी चीज़ है कि आज़ादी की खुशी नूं उस तरह नहीं मान सके जिस तरह मानना चाहिए सी। बेदाग रहनी चाहिए सी। ਲੱਖਾਂ लोग, मेरा ख्याल दुनिया की सब तो वड्डी ट्रैजडी है। 10 ਲੱਖ के करीब लोग मर गए। कुछ ਧੀਆਂ ने खूਹਾਂ 'ਚ ਛਾਲਾਂ ਮਾਰਤੀਆਂ, कुछ ਧੀਆਂ ਨੂੰ ਮਾਪਿਆਂ ने खुद ही मारता अपनी गैरत बचाउण लई। मेरे माता जी, मेरी मदर, वो गुजरां वाले तो आए सन, सारी जिंदगी तरसदे रहे। ਹੁਣ ਕਰਤਾਰਪੁਰ ਵਾਲਾ ਲਾਂਘਾ, ਮੈਂ ਕਿਹਾ ਮਾਂ ਕਾਸ਼ ਜਿੰਦਾ ਹੁੰਦੀ ਤੇ ਕੁਛ ਨਾ ਕੁਛ ਆਪਣੇ ਜੀਆਂ ਨੂੰ ਮਿਲ ਲੈਂਦੇ। ਐਸਾ ਹੋ ਨਾ ਪਾਇਆ। ਰੋਜ਼ ਅਰਦਾਸ ਵਿੱਚ ਆਪਾਂ ਵੀ ਅਰਦਾਸ ਕਰਦੇ ਹਾਂ ਕਿ ਵਿਛੜੇ ਹੋਏ ਗੁਰਧਾਮਾਂ ਨਾਲ ਮੇਲ। ਆਪਣਾ ਬਹੁਤ ਵੱਡਾ ਨੁਕਸਾਨ ਹੋਇਆ, ਖਾਸ ਤੌਰ 'ਤੇ ਪੰਜਾਬੀਆਂ ਦਾ ਨੁਕਸਾਨ ਬਹੁਤ ਹੋਇਆ। ਸੋ ਜਿੱਥੇ ਆਪਾਂ ਪੰਜਾਬੀ ਪ੍ਰਾਊਡ ਕਰਦੇ ਹਾਂ, ਇੰਡੀਅਨ ਆ, ਆਪਾਂ ਸਾਰੇ ਭਾਰਤ ਵਰਸ਼ ਵਿੱਚ ਰਹਿਣ ਵਾਲੇ ਲੋਕ ਆ। 15 ਅਗਸਤ ਦੇ ਜਿੱਥੇ ਜਸ਼ਨ ਮਨਾਉਂਦੇ ਆ, ਨਾਲ ਦੀ ਨਾਲ ਉਹਨਾਂ ਬਜ਼ੁਰਗਾਂ ਨੂੰ, ਉਹਨਾਂ ਧੀਆਂ ਨੂੰ, ਭੈਣਾਂ ਨੂੰ, ਬੇਟੀਆਂ ਨੂੰ, ਬੇਟਿਆਂ ਨੂੰ ਯਾਦ ਕਰਦੇ ਆ। ਤੇ ਸਾਡੇ ਦਿਲ ਦੀ ਤਖਤੀ ਤੇ ਜਿਹੜਾ ਪ੍ਰਾਹੁਣਾ ਬਣ ਕੇ ਬੈਠਾ ਨਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਉਹਨੂੰ ਤੇ ਉਹਦੇ ਸਾਥੀਆਂ ਨੂੰ ਤੇ ਹਜ਼ਾਰਾਂ ਜਿਨ੍ਹਾਂ ਨੇ ਇਹ ਕੀਮਤੀ ਜਿੰਦਾਂ ਵਾਰ ਦਿੱਤੀਆਂ ਇਸ ਜਹਾਨ ਤੋਂ। ਸਾਨੂੰ ਆਜ਼ਾਦੀ ਆ ਤਿਰੰਗਾ ਬਹੁਤ ਮਹਿੰਗਾ ਮਿਲਿਆ, ਜੋ ਆਜ਼ਾਦੀ ਬਹੁਤ ਮਹਿੰਗੀ ਮਿਲੀ, ਬੜਾ ਵੱਡਾ ਮੁੱਲ ਤਾਰਨਾ ਪਿਆ ਆ। ਤੇ ਇਸ ਕਰਕੇ ਜਿੱਥੇ ਮੈਂ ਆਜ਼ਾਦੀ ਦੀ ਬਹੁਤ ਵਧਾਈ ਦਿੰਦਾ ਹਾਂ, ਉੱਥੇ ਆਓ। लता जी ने बड़ा अच्छा गीत गाया सी, पंडित जी दी अखां च आंसू आ गए।
ਹੁਣ ਪਿੱਛੇ ਵੈਸੇ ਆਡੀਓ ਲਾਈ ਸੀ ਸਾਡੇ ਪ੍ਰਧਾਨ ਮੰਤਰੀ ਜੀ, ਕਿਆ ਉਹਨਾਂ ਨੇ ਗੀਤ ਗਾਇਆ ਹੈ, ਮੇਰੇ ਵਤਨ ਕੇ ਲੋਗੋ ज़रा आँख में भर लो पानी, जो शहीद हुए हैं उनकी ज़रा याद करो कुर्बानी। ए लोगो जिथे जश्न मनाओ उत्थे अपने बलिदान जिन्हां लोकां ने दे के कीमती जिंदा वार के इस गैरत नूं अणख नूं कायम रखिया ते उस शैतान जी कौम नूं इत्थों भजाया, उन्हां नूं जरूर नमन कर दिया करो ते 2-4 ਅੱਖਾਂ 'ਚ आंसू बहाया करो। बहुत बहुत शुक्रिया। ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਕਰਮਜੀਤ ਸਿੰਘ ਸਾਨੀ ਨੇ ਕਿਹਾ ਕਿ ਇਹ ਯਾਦ ਕਰਨਾ ਸੱਚਮੁੱਚ ਦੁਖਦਾਈ ਹੈ ਕਿ 1947 ਦੀ ਘਾਤਕ ਵੰਡ ਦੌਰਾਨ 15 ਮਿਲੀਅਨ ਤੋਂ ਵੱਧ ਹਿੰਦੂ, ਸਿੱਖ ਅਤੇ ਮੁਸਲਮਾਨ ਉਜਾੜੇ ਗਏ ਸੀ। ਉਨ੍ਹਾਂ ਕਿਹਾ ਕਿ 20 ਲੱਖ ਲੋਕਾਂ ਨੂੰ ਬਹੁਤ ਬੇਰਹਿਮੀ ਦੇ ਨਾਲ ਮਾਰਿਆ ਗਿਆ ਅਤੇ 1 ਲੱਖ ਔਰਤਾਂ ਨੂੰ ਅਗਵਾ ਕਰਕੇ ਬਲਾਤਕਾਰ ਵੀ ਕੀਤਾ ਗਿਆ ਸੀ। 75 years of partition horrors commemoration day ਮਨਾਇਆ। ਜਿਸ ਤਰ੍ਹਾਂ ਕਿ ਤੁਸੀਂ ਸੁਣਿਆ, ਹਜ਼ਾਰਾਂ ਪੰਜਾਬੀ, ਉੱਘੇ ਪੰਜਾਬੀ ਅੱਜ ਇੱਥੇ ਇਕੱਠੇ ਹੋਏ ਨੇ ਸਾਡੇ ਨਾਲ। ਅਸੀਂ ਕੈਂਡਲ ਮਾਰਚ ਕੀਤਾ ਔਰ ਉਸ ਪਾਰਟੀਸ਼ਨ ਦੇ ਦੁਖਾਵੇਂ, ਉਸ ਦੁਖਾਂਤ ਨੂੰ ਅੱਜ ਅਸੀਂ ਸ਼ਰਧਾਂਜਲੀ ਪੇਸ਼ ਕੀਤੀ ਹੈ। ਉਹ ਲੱਖਾਂ ਕਰੋੜਾਂ ਪੰਜਾਬੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ, ਜਿਹੜੇ ਬੇਘਰ ਹੋ ਕੇ ਦੋਨਾਂ ਪਾਸੋਂ ਉੱਜੜ ਕੇ ਚਲੇ ਗਏ, ਜਿਨ੍ਹਾਂ ਨੇ, ਮੈਂ ਸਮਝਦਾ ਵੀ ਆਜ਼ਾਦੀ ਦਾ ਸਭ ਤੋਂ ਵੱਡਾ ਮੁੱਲ ਚੁਕਾਇਆ, ਅੱਜ ਉਹਨਾਂ ਨੂੰ ਯਾਦ ਕਰਨ ਦਾ ਬਹੁਤ ਹੀ, ਕਿਸ ਤਰ੍ਹਾਂ ਸਾਡੇ ਮਾਂ-ਪਿਓ, ਸਾਡੇ ਗ੍ਰੈਂਡ ਪੇਰੈਂਟ, ਲੱਖਾਂ ਪੰਜਾਬੀਆਂ ਦੇ ਜੋ ਉਹ ਕਿਵੇਂ ਉੱਜੜ ਕੇ ਆਏ, ਕਿਵੇਂ ਕੈਂਪਾਂ ਦੇ ਵਿੱਚ ਰਹੇ, ਉਹ ਰਿਫਿਊਜੀ ਬਣ ਕੇ ਆਏ। ਤੁਸੀਂ ਦੇਖੋ, ਇੱਕ ਰਿਫਿਊਜੀ ਬਣ ਕੇ ਆਏ, ਉੱਥੋਂ ਦਾ ਸਫ਼ਰ, ਤੇ ਅੱਜ ਸਾਰੇ ਪੰਜਾਬੀਆਂ ਨੇ ਮੱਲਾਂ ਮਾਰੀਆਂ। ਇਹ ਦੁਖਾਂਤ ਜਿਹੜਾ ਵਾਪਰਿਆ ਸੀ ਉਹਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ ਕੈਂਡਲ ਮਾਰਚ ਦੇ ਰਾਹੀਂ। ਸਾਡੇ ਨਾਲ ਹੰਸਰਾਜ ਹੰਸ ਜੀ, ਮੈਂਬਰ ਪਾਰਲੀਮੈਂਟ, ਸਰਦਾਰ ਤਰਲੋਚਨ ਸਿੰਘ ਜੀ, ਸਾਬਕਾ MP, ਚੇਅਰਮੈਨ ਮਾਈਨੋਰਟੀਜ਼ ਕਮਿਸ਼ਨ, ਦਿਵਿਆ ਦੱਤਾ ਜੀ, ਸੁਨੀਲ ਸੇਠੀ ਜੀ, ਚੇਅਰਮੈਨ FDCI, ਲੀਨਾ ਸਿੰਘ ਜੀ, ਬਾਂਗਾ ਸਾਹਿਬ, ਰਵੇਲ ਸਿੰਘ ਜੀ, ਮੇਅਰ ਸਾਹਿਬ ਦਿੱਲੀ ਦੇ ਲਾਲ ਰਾਜਾ ਇਕਬਾਲ ਸਿੰਘ ਜੀ, ਹਰੀਸ਼ ਓਬਰਾਏ ਜੀ, ਸਾਰੇ तमाम WPO ਦੇ ਔਰ ਉੱਘੇ ਪੰਜਾਬੀ ਅੱਜ ਇੱਥੇ ਇਕੱਠੇ ਹੋਏ ਨੇ। ਇਹ ਸੰਸਥਾ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਜੋ IK ਗੁਜਰਾਲ ਜੀ ਨੇ ਬਣਾਈ ਸੀ, ਉਦੋਂ ਵੀ ਅਸੀਂ ਬੜਾ ਕੰਮ ਕੀਤਾ। ਲੇਕਿਨ ਅੱਜ ਮੈਂ ਇਹੀ ਕਹਾਂਗਾ, ਜਾਗਣ ਵਾਲਿਆਂ ਬਹੁਤ ਹੀ ਲੁੱਟਿਆ ਏ, ਲੁੱਟੇ ਤੁਸੀਂ ਵੀ ਹੋ, ਲੁੱਟੇ ਅਸੀਂ ਵੀ ਹਾਂ। ਲਾਲੀ ਅੱਖਾਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਅੱਜ ਅੱਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਇਹ ਬਹੁਤ ਦੁਖਾਂਤ ਹੈ। ਅਸੀਂ ਆਪਣੇ ਸਾਰੇ ਉਹਨਾਂ ਸ਼ਹੀਦਾਂ ਨੂੰ, ਉਹਨਾਂ ਮਾਤਾਵਾਂ ਨੂੰ, ਉਹਨਾਂ ਭੈਣਾਂ ਨੂੰ ਜਿਨ੍ਹਾਂ ਦੀ ਜਾਨ ਚਲੀ ਗਈ, ਔਰ ਉਹਨਾਂ ਨੂੰ ਅਸੀਂ ਸਲੂਟ ਕਰਦੇ ਹਾਂ ਜਿਹੜੇ ਰਿਫਿਊਜੀ ਬਣ ਕੇ ਆਏ ਤੇ ਮੁੜ ਖੜੇ ਹੋ ਕੇ ਉਸ ਤਰ੍ਹਾਂ ਹੀ ਬਹੁਤ ਪ੍ਰੋਸਪਰਸ ਹੋ ਗਏ ਔਰ ਭਾਰਤ ਦੀ ਆਜ਼ਾਦੀ, ਉન્નਤੀ ਦੇ ਵਿੱਚ ਜਿਹੜੇ ਤਤਪਰ ਨੇ। ਧੰਨਵਾਦ। ਦੱਸ ਦਈਏ ਕਿ ਜਿੱਥੇ ਇਸ ਮੌਕੇ ਉੱਘੇ ਪੰਜਾਬੀਆਂ ਵੱਲੋਂ ਇਸ ਮੋਮਬੱਤੀ ਮਾਰਚ ਦੇ ਵਿੱਚ ਹਿੱਸਾ ਲਿਆ ਗਿਆ, ਉੱਥੇ ਹੀ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, KL ਗੰਜੂ, ਜਸਟਿਸ ਕੁਲਦੀਪ ਸਿੰਘ, HS ਕੋਹਲੀ ਵੱਲੋਂ ਵੀ ਇਸ ਮੌਕੇ ਸ਼ਿਰਕਤ ਕੀਤੀ ਗਈ। D5 ਚੈਨਲ ਪੰਜਾਬੀ ਲਈ ਦਿੱਲੀ ਤੋਂ ਦਵਿੰਦਰ ਸਿੰਘ ਦੀ ਰਿਪੋਰਟ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com, ਕਾਨੂੰਨ ਜਾਇਦਾਦ ਦਾ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।